Good morning, students. This is Rajbinder Singh from Guru Nanak Public Senior Secondary School Raiya. ਬੱਚਿਓ ਆਪਾਂ +1 ਦੀ ਕੈਮਿਸਟਰੀ ਦਾ ਯੂਨਿਟ ਨੰਬਰ 1 ਕਰਦੇ ਪਏ ਆ ਸਮ ਬੇਸਿਕ ਕਨਸੈਪਟ ਆਫ ਕੈਮਿਸਟਰੀ। ਥੋੜਾ ਕਰਕੇ ਕਰੀ ਜਾਂਦੇ ਆ, ਉਮੀਦ ਹੈ ਸਮਝ ਲੱਗੀ ਜਾਂਦਾ ਹੋਊਗਾ। ਅੱਜ ਆਪਾਂ ਕਰਨਾ ਵਾ ਗ੍ਰਾਮ ਐਟੋਮਿਕ ਮਾਸ। ਅੱਜ ਸਾਡਾ ਹੈਡਿੰਗ ਹੈਗਾ ਵਾ, ਫਿਲਹਾਲ ਛੋਟੀਆਂ ਟਰਮਸ ਹੀ ਆ। ਪਹਿਲਾ ਹੈਡਿੰਗ ਆ ਗਿਆ ਗ੍ਰਾਮ ਐਟੋਮਿਕ ਮਾਸ। ਦੇਖੋ ਯਾਦ ਰੱਖਿਓ, ਜਦੋਂ ਐਟੋਮਿਕ ਮਾਸ ਨੂੰ ਆਪਾਂ ਐਕਸਪ੍ਰੈਸ ਕਰੀਦਾ ਗ੍ਰਾਮ ਦੇ ਵਿੱਚ, ਉਹਨੂੰ ਗ੍ਰਾਮ ਐਟੋਮਿਕ ਮਾਸ ਕਹਿ ਦਈਦਾ। ਮੈਂ ਤੁਹਾਨੂੰ ਐਟੋਮਿਕ ਮਾਸ ਯੂਨਿਟ AMU ਬਾਰੇ ਦੱਸਿਆ ਨਾ, ਜਦੋਂ AMU ਦੀ ਜਗ੍ਹਾ 'ਤੇ ਆਪਾਂ ਗ੍ਰਾਮ ਲਿਖ ਦਾਂਗੇ, ਉਹਨੂੰ ਗ੍ਰਾਮ ਦੇ ਵਿੱਚ ਐਕਸਪ੍ਰੈਸ ਕਰਤਾ ਤੇ ਉਹ ਬਣ ਗਿਆ ਗ੍ਰਾਮ ਐਟੋਮਿਕ ਮਾਸ। ਇਟ ਇਜ਼ ਐਟੋਮਿਕ ਮਾਸ of element expressed in grams। ਉਹਨੂੰ ਕਹੀਦਾ ਜੀ ਗ੍ਰਾਮ ਐਟੋਮਿਕ ਮਾਸ। ਜਿੱਦਾਂ ਐਗਜ਼ਾਮਪਲ 'ਚ ਵੇਖਿਓ ਪਤਾ ਲੱਗਦਾ, ਮੈਂ ਕਹਾਂ ਆਕਸੀਜਨ ਦਾ ਮਾਸ ਹੈਗਾ ਵਾ 16 AMU। AMU ਨੂੰ ਕਹਿਣਾ ਵਾ ਐਟੋਮਿਕ ਮਾਸ ਯੂਨਿਟ। ਜੇ ਮੈਂ ਇਹਦੀ ਜਗ੍ਹਾ 'ਤੇ ਇਹਨੂੰ ਐਕਸਪ੍ਰੈਸ ਕਰਦਾ ਇਨ ਗ੍ਰਾਮ 'ਚ, ਹੁਣ ਇਹ ਐਟੋਮਿਕ ਮਾਸ ਜਿਹੜਾ ਵਾ, ਇਹਨੂੰ ਆਪਾਂ ਐਟੋਮਿਕ ਮਾਸ ਇਕੱਲਾ ਨਹੀਂ ਬੋਲਾਂਗੇ, ਇਹਨੂੰ ਮੈਂ ਬੋਲੂੰਗਾ ਗ੍ਰਾਮ ਐਟੋਮਿਕ ਮਾਸ। ਠੀਕ ਹੈ, ਗ੍ਰਾਮ ਦੇ ਵਿੱਚ ਆਪਾਂ ਇਹਨੂੰ ਐਕਸਪ੍ਰੈਸ ਕਰਤਾ। ਆਕਸੀਜਨ ਐਟਮ ਦਾ 16 ਹੁੰਦਾ, ਆਕਸੀਜਨ ਮੋਲੀਕਿਊਲ ਦਾ 32 ਹੁੰਦਾ। ਇਹ ਭੁਲੇਖਾ ਨਾ ਰਵੇ। ਸੈਕਿੰਡ, ਗ੍ਰਾਮ ਐਟੋਮਿਕ ਮਾਸ ਤੋਂ ਬਾਅਦ ਆ ਗਿਆ ਮੋਲੀਕਿਊਲਰ ਮਾਸ। ਮੋਲੀਕਿਊਲਰ ਮਾਸ ਕੀ ਹੁੰਦਾ ਵਾ? ਇਟ ਇਜ਼ ਸਮ ਟੋਟਲ ਆਫ masses of all the atoms present in a molecule। ਜਿਸ ਤਰ੍ਹਾਂ ਮੈਂ ਕਹਾਂ ਐਗਜ਼ਾਮਪਲ ਦੇ ਰੂਪ 'ਚ ਵਾਟਰ H2O ਦਾ ਮੈਂ ਮੋਲੀਕਿਊਲਰ ਮਾਸ ਕੱਢਣਾ ਹੋਵੇ, ਮੋਲੀਕਿਊਲਰ ਮਾਸ ਆਪਣਾ ਕੀ ਕਹਿੰਦੀ ਸਟੇਟਮੈਂਟ, ਸਮ ਕਰਨਾ ਸਾਰਿਆਂ ਦਾ ਮਾਸ, ਜਿਹੜੇ ਵੀ ਐਟਮ ਪ੍ਰੈਜ਼ੈਂਟ ਇਸ ਮੋਲੀਕਿਊਲ ਦੇ ਵਿੱਚ। ਇਹ 'ਚ ਕਿੰਨੇ ਐਟਮ ਹਾਈਡਰੋਜਨ ਦੇ ਪ੍ਰੈਜ਼ੈਂਟ ਨੇ? 2। ਫਿਰ ਆਪਾਂ ਕਵਾਂਗੇ 2 ਮਲਟੀਪਲਾਈ ਬਾਏ ਹਾਈਡਰੋਜਨ ਐਟਮ ਦਾ ਐਟੋਮਿਕ ਮਾਸ, ਪਲੱਸ ਆਕਸੀਜਨ ਦੇ ਕਿੰਨੇ ਐਟਮ ਨੇ, ਸਮ ਕਰਨਾ ਨਾ ਆਪਾਂ, ਪਲੱਸ ਪਾਤਾ ਆਕਸੀਜਨ ਦੇ ਕਿੰਨੇ ਐਟਮ? 1 ਮਲਟੀਪਲਾਈ ਬਾਏ ਆਕਸੀਜਨ ਐਟਮ ਦਾ ਮਾਸ। ਹੁਣ ਆ ਵੇਖਿਓ 2 ਉਸੇ ਤਰ੍ਹਾਂ ਹਾਈਡਰੋਜਨ ਦਾ ਹੁੰਦਾ 1 ਗ੍ਰਾਮ, ਪਲੱਸ 1 ਉਸੇ ਤਰ੍ਹਾਂ ਆਕਸੀਜਨ ਦਾ ਹੁੰਦਾ 16 ਗ੍ਰਾਮ। 2 1 ਜਾਂ 2 ਗ੍ਰਾਮ, 16 1 ਜਾਂ 16 ਗ੍ਰਾਮ, ਟੋਟਲ 18 ਗ੍ਰਾਮ ਆਨਸਰ ਆ ਗਿਆ। ਠੀਕ ਹੈ, ਜਿੰਨੇ ਵੀ ਐਟਮ ਹੋਣਗੇ ਨਾ, ਉਹਨਾਂ ਦੇ ਮਾਸ ਵੱਖਰੇ ਦੇ ਐਡ ਕਰ ਦਿਓ ਅਤੇ ਤੁਹਾਡੇ ਕੋਲ ਮੋਲੀਕਿਊਲ ਦਾ ਭਾਰ ਆ ਜਾਣਾ, ਮੋਲੀਕਿਊਲਰ ਮਾਸ ਆ ਜਾਣਾ। ਨੈਕਸਟ ਆ ਗਿਆ ਫਾਰਮੂਲਾ ਮਾਸ। ਕੀ ਹੁੰਦਾ ਫਾਰਮੂਲਾ ਮਾਸ? ਬਸ ਨਾਮ ਹੀ ਬਦਲਿਆ ਵਾ। ਆ ਜਿਹੜੇ ਕੰਪਾਊਂਡ ਆ ਨਾ, ਇਹ ਹੈਗੇ ਕੋਵਾਲੈਂਟ। ਅੱਗੇ ਜਾ ਕੇ ਸਮਝ ਆਈ ਜਾਊ ਕੋਵਾਲੈਂਟ ਕਿਹੜਾ ਹੁੰਦਾ, ਕਿਉਂਕਿ ਯੂਨਿਟ ਤੁਹਾਡਾ ਵੱਖਰਾ ਵਾ ਕੈਮੀਕਲ ਬੌਂਡਿੰਗ ਵਾਲਾ। ਇਹ ਕੋਵਾਲੈਂਟ ਹੁੰਦੇ, ਇੱਕ ਹੁੰਦੇ ਆਇਨਿਕ ਜਿਨ੍ਹਾਂ 'ਚ ਚਾਰਜ ਹੁੰਦੇ ਕਟਾਈਨ ਦੇ ਅਨਾਈਨ। ਆਇਨਿਕ ਕੰਪਾਊਂਡ ਦਾ ਬਸ ਕੋਵਾਲੈਂਟ ਵਿੱਚ ਨਾਮ ਹੈਗਾ ਮੋਲੀਕਿਊਲਰ ਮਾਸ, ਆਇਨਿਕ ਦੇ ਨਾਮ ਵਿੱਚ ਹੈਗਾ ਵਾ ਫਾਰਮੂਲਾ ਮਾਸ ਵਿੱਚ ਆਪਾਂ ਕੀ ਲਿਖਣਾ ਵਾ? ਇਟ ਇਜ਼ ਸਮਾਲਰ ਟੂ, ਪਹਿਲੀ ਗੱਲ ਤਾਂ ਇਹ ਯਾਦ ਰੱਖਿਓ, ਸਮਾਲਰ ਨਹੀਂ ਸਿਮੀਲਰ, ਇਟ ਇਜ਼ ਸਿਮੀਲਰ ਟੂ ਮੋਲੀਕਿਊਲਰ ਮਾਸ। ਮੋਲੀਕਿਊਲਰ ਮਾਸ ਵਰਗਾ ਹੀ ਆਏ, ਬਸ ਮੋਲੀਕਿਊਲਰ ਮਾਸ ਜਿਹੜਾ ਉਹ ਕੋਵਾਲੈਂਟਲੀ ਆ ਅਤੇ ਫਾਰਮੂਲਾ ਮਾਸ ਹੈਗਾ ਆਇਨਿਕਲੀ। ਬਟ ਯੂਜ਼ਡ ਫॉर ਆਇਨਿਕ ਕੰਪਾਊਂਡਸ। ਐਗਜ਼ਾਮਪਲ ਜਿੱਦਾਂ ਸਾਡੇ ਕੋਲ ਹੈਗਾ NaCl ਸੋਡੀਅਮ, ਸੋ ਇਹ 'ਤੇ +1 ਹੁੰਦਾ ਅਤੇ Cl 'ਤੇ ਕੀ ਹੁੰਦਾ -1। ਜਿਨ੍ਹਾਂ ਕੋਲ ਕਟਾਈਨ, ਪੋਜ਼ੀਟਿਵ ਵਾਲਾ ਕਟਾਈਨ, ਨੈਗੇਟਿਵ ਵਾਲਾ ਅਨਾਈਨ, ਜਿਨ੍ਹਾਂ ਕੋਲ ਕਟਾਈਨ ਅਤੇ ਅਨਾਈਨ ਹੋਣ, ਉਹਨਾਂ ਨੂੰ ਆਇਨਿਕ ਕੰਪਾਊਂਡ ਕਹੀਦਾ ਅਤੇ ਇਹਨਾਂ ਦੇ ਭਾਰ ਨੂੰ ਮੋਲੀਕਿਊਲਰ ਮਾਸ ਨਾ ਬੋਲ ਕੇ ਫਾਰਮੂਲਾ ਮਾਸ ਬੋਲੀਦਾ। ਇਹਦਾ ਫਾਰਮੂਲਾ ਮਾਸ ਕੀ ਹੋਊਗਾ? ਸੋਡੀਅਮ ਦਾ ਹੁੰਦਾ 23 ਗ੍ਰਾਮ, ਕਲੋਰੀਨ ਦਾ ਆਪਾਂ ਲਾਸਟ ਡੇ ਹੀ ਪਤਾ ਕੀਤਾ ਸੀ, ਰਿਲੇਟਿਵ ਮਾਸ 35.5 ਗ੍ਰਾਮ, ਐਡ ਕਰੋਗੇ 58.5 ਗ੍ਰਾਮ ਆਨਸਰ ਆ ਗਿਆ। ਇਹ ਮੋਲੀਕਿਊਲਰ ਮਾਸ ਨਹੀਂ, ਇਹ ਕੀ ਹੈਗਾ ਵਾ? ਫਾਰਮੂਲਾ ਮਾਸ।
ठीक है, 3 चीज़ां पता लगियां, ग्राम एटॉमिक मास, मॉलीक्यूलर मास ते फॉर्मूला मास। हुण तुहानूं मैं एक चीज़ होर स्टार्ट करा दिंदा, थोड़ी कि तुसीं याद रखियो। अपना हुण नवां टॉपिक होऊगा मोल कंसैप्ट। अपना नवां टॉपिक होना वा मोल कंसैप्ट। मोल कंसैप्ट नैक्सट डे आपां स्टार्ट करना, पर कुछ तुसीं नंबरस याद रखने आ। जिद्दां एक मोल ਦਾ मतलब ਹੁੰਦਾ 6.02 10 ਦੀ ਪਾਵਰ 23 ਐਂਟੀਟੀਜ਼ ਜਿਹੜੇ ਆ ਉਹ ਐਟਮ ਵੀ ਹੋ ਸਕਦੇ, ਐਂਟੀਟੀਜ਼ ਜਿਹੜੇ ਆ ਉਹ ਮੋਲੀਕਿਊਲ ਵੀ ਹੋ ਸਕਦੇ, ਐਂਟੀਟੀਜ਼ ਜਿਹੜੇ ਆ ਉਹ ਆਇਨ ਵੀ ਹੋ ਸਕਦੇ, ਜੋ ਮਰਜ਼ੀ ਹੋਵੇ। ਜਿੱਦਾਂ ਮੈਂ ਕਹਾਂ ਐਗਜ਼ਾਮਪਲ, ਮੈਂ ਕਹਾਂ 1 ਮੋਲ ਆਫ ਸੋਡੀਅਮ, ਤੇ ਮੈਂ ਕੀ ਬੋਲੂੰਗਾ ਕਿਹਦੇ ਬਰਾਬਰ 6.02 × 10 ਦੀ ਪਾਵਰ 23 ਐਟਮ। ਜੇ ਮੈਂ ਕਹਾਂ 1 ਮੋਲ ਆਫ CO2 ਕਾਰਬਨ, ਆ ਦੇਖੋ ਸੋਡੀਅਮ ਇੱਕ ਕੱਲਾ ਜਾਣਾ, ਤੇ ਕੱਲੇ ਜਾਣੇ ਲਈ ਮੈਂ ਕਿਹੜਾ ਵਰਡ ਵਰਤਿਆ, ਐਟਮ। CO2 ਕਾਰਬਨ ਡਾਈਆਕਸਾਈਡ ਇੱਕ ਜ਼ਿਆਦਾ ਐਟਮਸ ਦਾ ਬਣਿਆ ਹੋਇਆ ਮੋਲੀਕਿਊਲ ਹੈ। ਮੈਂ ਇੱਥੇ ਬੋਲੂੰਗਾ 6.02 × 10 ਦੀ ਪਾਵਰ 23 ਇੰਟੂ ਪਾ ਕੇ। ਹੁਣ ਇਹ 'ਚ ਕਿੰਨੇ ਜਾਣੀ, 2 ਤੇ 1 3, ਕਿੰਨੇ ਜਾਣੇ ਨੇ 3 ਯਾਦ ਰੱਖ ਲਿਓ। ਇੱਥੇ ਕੱਲਾ ਵਾ ਤੇ ਇੱਥੇ ਐਟਮ ਲਿਖਿਆ, ਇਹ 'ਚ 2 ਐਟਮ ਆ 1 ਐਟਮ ਆ, ਟੋਟਲ 3 ਜਾਣੇ, 3 ਵੀ ਨਾਲ ਪਾਉਣਾ, ਤੇ ਲਾਸਟ 'ਤੇ ਕਿਹੜਾ ਵਰਡ ਲਿਖਣਾ, ਮੋਲੀਕਿਊਲ। 1 ਮੋਲ ਦਾ ਮਤਲਬ ਇਹੋ ਹੀ ਆ, ਮੈਥ ਵਾਲਾ ਨੰਬਰ ਯਾਦ ਰੱਖੋ 6.02 10 ਦੀ ਪਾਵਰ 23। ਜੇ ਤੇ ਕੱਲਾ ਐਟਮ ਆ ਤੇ ਲਾਸਟ 'ਤੇ ਐਟਮ ਬੋਲ ਦਿਓ। ਜੇ ਮੋਲੀਕਿਊਲ ਆ ਤੇ ਮੋਲੀਕਿਊਲ ਵੀ ਲਿਖਣਾ, ਤੇ ਨਾਲ ਕਿੰਨੇ ਐਟਮ ਆ ਉਹ ਵੀ ਲਿਖਣਾ। ਸੌਰੀ, ਜੇ ਐਟਮ ਲਿਖਦੇ ਪਏ ਲਾਸਟ 'ਤੇ ਐਟਮ ਹੀ ਲਿਖਣਾ। ਤੇ ਜੇਕਰ ਤੁਸੀਂ ਇੱਦਾਂ ਲਿਖਦੇ ਪਏ ਆ 6.02 10 ਦੀ ਪਾਵਰ 23 ਫਿਰ ਮੋਲੀਕਿਊਲ ਲਿਖਣਾ, ਕਿਉਂਕਿ ਇੱਕ ਮੋਲੀਕਿਊਲ ਇਹਦੇ ਅੱਗੇ ਇੱਕ ਲੱਗਾ ਵਾ। ਜੇ ਤੇ ਐਟਮ ਗਿਣ ਕੇ ਲਿਖਦੇ ਪਏ ਨਾਲ ਐਟਮ ਵੀ ਪਾ ਦਿਓ ਤੇ ਉਹਨਾਂ ਦੀ ਗਿਣਤੀ ਵੀ ਪਾ ਦਿਓ, ਤੇ ਜੇ ਕੱਲਾ ਮੋਲੀਕਿਊਲ ਲਿਖਣਾ ਫਿਰ ਐਟਮਸ ਦੀ ਗਿਣਤੀ ਪਾਉਣ ਦੀ ਲੋੜ ਨਹੀਂ ਹੈਗੀ। ਇੱਕ ਹੋਰ ਐਗਜ਼ਾਮਪਲ ਦੇਖਿਓ, ਜਿੱਦਾਂ ਮੈਂ ਕਹਾਂ 1 ਮੋਲ ਆਫ ਓਲੀਅਮ। ਓਲੀਅਮ ਹੁੰਦਾ H2S2O7, ਇਹਦਾ ਫਾਰਮੂਲਾ ਵਾ H2S2O7। ਜੇ ਮੈਂ ਕਹਾਂ ਇਹਨੂੰ ਮੋਲੀਕਿਊਲ ਵਿੱਚ ਲਿਖਣਾ, ਮੈਂ ਸਿੱਧਾ ਲਿਖੂੰਗਾ 6.02 10 ਦੀ ਪਾਵਰ 23 ਮੋਲੀਕਿਊਲ ਲਿਖਤਾ। ਜੇ ਮੈਂ ਇਹਨੂੰ ਐਟਮ ਦੇ ਵਿੱਚ ਲਿਖਣਾ, ਕਿੰਨੇ ਨੇ 7 ਤੇ 2 9, 9 ਤੇ 2 11, ਮੈਂ ਲਿਖੂੰਗਾ 11 × 6.02 10 ਦੀ ਪਾਵਰ 23 ਐਟਮ। ਠੀਕ ਹੈ, ਯਾਦ ਰੱਖਿਓ। ਜੇ ਐਟਮ ਦੇ ਵਿੱਚ ਲਿਖਣਾ ਤੇ ਉਹਨਾਂ ਦੀ ਗਿਣਤੀ ਵੀ ਕਰੋ, ਜੇ ਮੋਲੀਕਿਊਲ 'ਚ ਲਿਖਣਾ ਤੇ ਇੱਕੋ ਮੋਲੀਕਿਊਲ ਆ ਵੱਡਾ ਸਾਰਾ, ਤੇ ਮੋਲੀਕਿਊਲ ਵਰਡ ਲਿਖ ਦੇਣਾ ਲਾਸਟ 'ਤੇ। ਠੀਕ, ਯਾਦ ਰੱਖਿਓ ਇੰਨੀਆਂ ਚੀਜ਼ਾਂ। ਥੈਂਕ ਯੂ ਜੀ।